ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ। ਕੋਈ ਪੰਡਤ ਭਗਤ ਜੀ ਦੇ ਪਾਸ ਆ ਕਰਕੇ ਵੇਦਾਂ ਸਿਮਰਤੀਆਂ ਦੀ ਉਸਤਤੀ ਕਰਨ ਲੱਗਾ ਤਾਂ ਸੁਣ ਕਰਕੇ ਅੱਗੋਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲਹਿ ਆਈ। ਹੇ ਭਾਈ, ਮੇਰੇ ਭਰਾਵਾ, ਚਾਰੇ ਵੇਦਾਂ ਦੀਆਂ ਪੁੱਤਰੀ ਪੁੱਤਰੀਆਂ ਜੋ ਸਿਮਰਤੀਆਂ ਹਨ, ਭਾਵ ਜੋ ਵੇਦਾਂ ਦੇ ਅਰਥ ਨੂੰ ਯਾਦ ਕਰਵਾ ਦੇਵੇ, ਉਹ ਵੇਦਾਂ ਦੀਆਂ ਪੁੱਤਰੀਆਂ ਹਨ। ਵੇਦਾਂ ਵਿੱਚੋਂ ਜੋ ਜਗ ਆਦਿਕ ਕਰਮ ਕਹੇ ਹਨ, ਇਹ ਤਾਂ ਸਾਂਕਲ ਸੰਗਲਾਂ ਦੀ ਨਿਆਈ ਹਨ, ਅਤੇ ਜੋ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਖਿੱਧ ਆਦਿਕ ਕਰਮਾਂ ਦੀਆਂ ਜੋ ਵਿਧੀਆਂ ਹਨ, ਉਹ ਜੇਵਰੀ ਰੱਸੀ ਦੀ ਨਿਆਈ ਹਨ। ਇਹਨਾਂ ਨੂੰ ਸਿਮਰਤੀਆਂ ਲੈ ਕਰਕੇ ਆਈਆਂ ਹੈ, ਭਾਵ ਕਥਨ ਕਰਦੀਆਂ ਹਨ, ਆਪਨ ਨਗਰ ਆਪ ਤੇ ਬਾਧਿਆ, ਮੋਹ ਕੈ ਬਾਧ ਮੋਹ ਕੈ ਫਾਦ, ਕਾਲ ਸਰ ਸਾਂਧਿਆ ਰਹਾਉ। ਇਹ ਬ੍ਰਹਮਾ ਜੀ ਦਾ ਆਪਣਾ ਹੀ ਨਗਰ ਸੰਸਾਰ ਬਣਾਇਆ ਹੋਇਆ ਹੈ ਅਤੇ ਆਪਣੇ ਆਪ ਤੋਂ ਹੀ ਇਸਨੇ ਕਰਮ ਕਾਂਡ ਵਿੱਚ ਸਾਰਿਆਂ ਨੂੰ ਬੰਨ੍ਹ ਲਿਆ ਹੈ। ਜਿਹੜੇ ਸਰੀਰਾਂ ਦੇ ਮੋਹ ਕਰਮਾਂ ਦੇ ਮੋਹ ਸਨੇਹ ਵਿੱਚ ਫਾਦ ਕਹੀਏ ਫਸਿਆਂ ਹੋਇਆਂ ਨੂੰ ਕਾਲ ਮੌਤ ਰੂਪੀ ਸਰ ਤੀਰ ਸਾਂਧਿਆ ਸਿੰਧ ਕੇ ਮਾਰੀ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕੱਟੀ ਨ ਕੱਟੈ ਟੂਟ ਨਹਿ ਜਾਈ, ਕੱਟੀ ਨ ਕੱਟੈ ਟੂਟ ਨਹਿ ਜਾਈ, ਸਾ ਸਾਪਨ ਹੋਏ ਜਗ ਕਉ ਖਾਈ। ਜਿਹੜੀ ਇਹ ਕਰਮ ਕਾਂਡਾਂ ਦੀ ਫਾਹੀ ਬ੍ਰਹਮਾ ਨੇ ਪਾਈ ਹੈ, ਇਹ ਤਲਵਾਰ ਨਾਲ ਕੱਟੀ ਹੋਈ ਕੱਟੀ ਨਹੀਂ ਜਾਂਦੀ ਅਤੇ ਜਪ ਤਪ ਆਦਿ ਦੇ ਜ਼ੋਰ ਨਾਲ ਤੋੜੀ ਵੀ ਨਹੀਂ ਜਾਂਦੀ। ਇਹ ਕਰਮ ਕਾਂਡਾਂ ਦੀ ਵਿਧੀ ਸਾਪਨ ਸਪਨੀ ਦੀ ਨਿਆਈ ਹੋ ਕੇ ਜਗ ਕਹੀਏ ਸੰਸਾਰ ਤਾਈਂ ਖਾ ਰਹੀ ਹੈ। ਹਮ ਦੇਖਤ ਜਿਨ ਸਭ ਜਗ ਲੂਟਿਆ, ਕਹੋ ਕਬੀਰ ਮੈਂ ਰਾਮ ਕਹਿ ਛੂਟਿਆ। ਹਮ ਕਹੀਏ ਸਾਡੇ ਵੇਖਦਿਆਂ ਹੀ ਜਿਸ ਕਰਮ ਕਾਂਡਾਂ ਨੇ ਸਾਰਾ ਸੰਸਾਰ ਲੁੱਟ ਲਿਆ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਰਾਮ ਪਰਮੇਸ਼ਰ ਦਾ ਨਾਮ ਕਹਿ ਕੇ ਛੁੱਟ ਗਏ ਹਾਂ। ਜਿਵੇਂ ਇੱਕ ਵਾਰ ਮਾਇਆ ਇੱਕ ਬੀਬੀ ਦਾ ਰੂਪ ਧਾਰ ਕੇ ਹੱਥ ਵਿੱਚ ਸੰਗਲ ਅਤੇ ਰੱਸੀ ਲਗਾਮ ਲੈ ਕੇ ਆ ਰਹੀ ਸੀ ਕਿ ਰਸਤੇ ਵਿੱਚ ਇੱਕ ਵਿਰਕਤ ਸਾਧੂ ਮਿਲ ਪਿਆ। ਕਹਿਣ ਲੱਗਾ ਕਿ ਬੀਬੀ, ਤੂੰ ਉਜਾੜ ਵਿੱਚ ਇਹ ਕੀ ਲਈ ਫਿਰਦੀ ਹੈ? ਉਹ ਕਹਿਣ ਲੱਗੀ ਕਿ ਮੈਂ ਮਾਇਆ ਹਾਂ। ਜਿਹੜੇ ਤਾਂ ਵੱਡੇ ਵੱਡੇ ਵਿਰਕਤ ਹਨ, ਉਹਨਾਂ ਨੂੰ ਫੜਨ ਵਾਸਤੇ ਸੰਗਲ ਲਿਆਂਦਾ ਹੈ। ਜਿਹੜੇ ਛੋਟੇ ਮੋਟੇ ਆ, ਉਹਨਾਂ ਨੂੰ ਕੰਡਿਆਲੀ ਰੱਸੀ ਪਾ ਕੇ ਉਹਨਾਂ 'ਤੇ ਅਸਵਾਰੀ ਕਰਦੀ ਹਾਂ। ਉਹ ਕਹਿਣ ਲੱਗਾ ਕਿ ਮੇਰੇ ਵਰਗੇ ਨੂੰ ਕੀ ਕਰਦੀ ਹੈ? ਤਾਂ ਕਹਿਣ ਲੱਗੀ ਕਿ ਤੇਰੇ ਵਰਗੇ ਨੂੰ ਬਿਨਾਂ ਲਗਾਮ ਸੰਗਲ ਤੋਂ ਹੀ ਤੇਰੇ ਉੱਤੇ ਅਸਵਾਰੀ ਕਰ ਸਕਦੀ ਹਾਂ। ਉਹ ਕਹਿਣ ਲੱਗਾ ਕਿ ਤੈਨੂੰ ਅਜੇ ਕੋਈ ਮੇਰਾ ਵਰਗਾ ਵਿਰਕਤ ਸਾਧ ਨਹੀਂ ਮਿਲਿਆ ਹੋਣਾ। ਇਹ ਕਹਿ ਕੇ ਮਾਇਆ ਆਪਣੇ ਰਸਤੇ ਹੋ ਗਈ ਅਤੇ ਸਾਧ ਆਪਣੀ ਕੁਟੀਆ ਵਿੱਚ ਚਲਾ ਗਿਆ। ਤਾਂ ਦੁਪਹਿਰ ਵੇਲੇ ਉਹ ਮਾਇਆ ਇੱਕ ਹੋਰ ਨੌਜਵਾਨ ਲੜਕੀ ਦਾ ਰੂਪ ਧਾਰ ਕੇ ਹੱਥ ਵਿੱਚ ਦੁੱਧ ਦੀ ਗੜਵੀ ਫੜ ਕੇ ਉਸੇ ਸਾਧ ਦੀ ਕੁਟੀਆ ਵਿੱਚ ਆਈ। ਦੁੱਧ ਪਿਲਾ ਕੇ ਵਾਪਸ ਨਗਰ ਵਿੱਚ ਚਲੀ ਜਾਇਆ ਕਰੇ। ਇਸ ਪ੍ਰਕਾਰ 1 ਮਹੀਨਾ ਗੁਜ਼ਰ ਗਿਆ। ਫਿਰ ਇੱਕ ਦਿਨ ਬਰਸਾਤ ਹੋ ਰਹੀ ਸੀ। ਇਹ ਦੁੱਧ ਲੈ ਕੇ ਸਾਧੂ ਦੇ ਕੋਲ ਆਈ। ਰਸਤੇ ਵਿੱਚ ਸਾਰੇ ਪਾਣੀ ਹੋਣ ਕਰਕੇ ਸ਼ਾਮ ਤੱਕ ਉੱਥੇ ਹੀ ਬੈਠੀ ਰਹੀ। ਸੰਤ ਕਹਿਣ ਲੱਗੇ ਕਿ ਹੇ ਦੇਵੀ, ਹੁਣ ਜਾਓ। ਉਹ ਕਹਿਣ ਲੱਗੀ, ਮੈਂ ਤਾਂ ਕਦੇ ਪਾਣੀ ਵਿੱਚ ਪੈਰ ਨਹੀਂ ਪਾਇਆ। ਤਾਂ ਸੰਤ ਕਹਿਣ ਲੱਗੇ, ਪਾਣੀ ਥੋੜ੍ਹਾ ਹੀ ਹੈ, ਚੱਲ ਅਸੀਂ ਤੈਨੂੰ ਅਗਾਂਹ ਕਰ ਆਉਂਦੇ। ਜਦੋਂ ਨਦੀ ਦੇ ਕਿਨਾਰੇ ਗਏ ਤਾਂ ਕਹਿਣ ਲੱਗੀ ਕਿ ਮੈਂ ਤਾਂ ਨਹੀਂ ਇਸ ਵਿੱਚੋਂ ਲੰਘਣਾ। ਤਾਂ ਸੰਤ ਕਹਿਣ ਲੱਗੇ, ਥੋੜ੍ਹਾ ਹੀ ਪਾਣੀ ਹੈ, ਪਰੰਤੂ ਉਹ ਨਾ ਮੰਨੀ। ਫਿਰ ਸੰਤਾਂ ਨੇ ਆਪਣੇ ਘਨੇੜੇ ਚੁੱਕ ਲਈ, ਭਾਵ ਮੋਢਿਆਂ 'ਤੇ। ਜਦੋਂ ਨਦੀ ਦੇ ਅੱਧ ਵਿਚਾਲੇ ਆਏ ਤਾਂ ਉਹ ਲੱਤਾਂ ਮਾਰਨ ਲੱਗ ਗਈ। ਸੰਤ ਕਹਿਣ ਲੱਗੇ, ਕੀ ਕਰ ਰਹੀ ਹੈ? ਕਹਿੰਦੀ ਕਿ ਬਿਨਾਂ ਕੰਡਿਆਲੀ ਰੱਸੀ ਤੋਂ ਸਵਾਰੀ ਕਰ ਰਹੀ ਹਾਂ। ਤਾਂ ਸਾਧ ਨੇ ਪਰੇ ਸੁੱਟ ਦਿੱਤੀ। ਜਦ ਸੁੱਟੀ ਤਾਂ ਉਹ ਅਲੋਪ ਹੋ ਗਈ। ਨਾ ਹੀ ਉੱਥੇ ਕੋਈ ਬਰਸਾਤ ਰਹੀ,
ਨਾ ਹੀ ਕੋਈ ਨਦੀ ਨਾ ਹੀ ਕੋਈ ਪਾਣੀ ਰਿਹਾ, ਤੇ ਹੈਰਾਨ ਹੋ ਗਿਆ। ਕਹਿੰਦਾ ਕਿ ਉਹ ਬਹੁਤ ਹੀ ਤੇਜ਼ ਮਾਇਆ ਦਾ ਪ੍ਰਭਾਵ ਹੈ। ਸੋ ਇਸ ਤਰ੍ਹਾਂ ਮਾਇਆ ਜਿਹੜੀ ਹੈ ਉਹ ਬੜੇ ਰੂਪਾਂ ਰੰਗਾਂ ਦੇ ਵਿੱਚ ਆਉਂਦੀ ਹੈ। ਗੌੜੀ ਕਬੀਰ ਜੀ। ਭਗਤ ਕਬੀਰ ਸਾਹਿਬ ਜੀ ਦਾ ਸਰੀਰ ਬਹੁਤ ਬਿਰਧ ਹੋ ਗਿਆ ਸੀ। ਇਹ ਪੰਚਕੋਸ਼ੀ ਦੇ ਜੋੜ ਮੇਲੇ ਦੀ ਯਾਤਰਾ 'ਤੇ ਹਰ ਸਾਲ ਜਾਇਆ ਕਰਦੇ ਸਨ। ਇੱਕ ਦਿਨ ਤੁਰੇ ਜਾ ਰਹੇ ਸੀ ਤਾਂ ਰਸਤੇ ਵਿੱਚ ਇਹਨਾਂ ਦਾ ਇੱਕ ਸ਼ਰਧਾਲੂ ਰਾਜਾ ਮਿਲ ਗਿਆ। ਕਹਿਣ ਲੱਗਾ ਕਿ ਕਬੀਰ ਜੀ, ਮੈਂ ਤੁਹਾਡੇ ਵਾਸਤੇ ਇੱਕ ਘੋੜਾ ਲਿਆਇਆ ਹਾਂ, ਤੁਸੀਂ ਹੁਣ ਇਸ ਘੋੜੇ 'ਤੇ ਅਸਵਾਰੀ ਕਰਿਆ ਕਰੋ। ਸੁਣ ਕੇ ਕਬੀਰ ਸਾਹਿਬ ਜੀ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਘੋੜੇ 'ਤੇ ਅਸਵਾਰ ਰਹਿੰਦੇ ਹਾਂ, ਚੱਲ ਤੈਨੂੰ ਵੀ ਦੱਸੀਏ ਕਿ ਇਸ ਪ੍ਰਕਾਰ ਕਿਹੜੇ ਘੋੜੇ ਉੱਪਰ ਚੜ੍ਹਨਾ ਚਾਹੀਦਾ। ਤਾਂ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੌਰਾਵੋ। ਹੇ ਭਾਈ, ਜੋ ਮੁਹਾਰ ਮੋਹ ਨੂੰ ਹਾਰ ਦੇਣੀ ਹੈ ਅਤੇ ਜੋ ਪਰਮੇਸ਼ਰ ਦੀ ਭਗਤੀ ਦੀ ਹਿਰਦੇ ਅੰਦਰ ਲਗਨ ਲੱਗਣੀ ਹੈ, ਮਨ ਰੂਪੀ ਘੋੜੇ ਨੂੰ ਇਹ ਲਗਾਮ ਪਹਿਰਾਉਣਾ ਕਰੋ। ਸਾਰੇ ਪਦਾਰਥਾਂ ਸੰਬੰਧੀਆਂ ਆਦਿਕਾਂ ਦਾ ਤਜੀਨ ਕਹੀਏ ਤਿਆਗਣਾ ਕਰਨ ਰੂਪ ਕਾਠੀ ਪਾ ਕੇ ਮਨ ਰੂਪੀ ਘੋੜੇ ਨੂੰ ਗਗਨ ਚਿਦਾ ਆਕਾਸ਼ ਵਿੱਚ ਦੌੜਾਵੋ, ਦੜਾਉਣਾ ਭਜਾਉਣਾ ਕਰੋ। ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਵੜੈ ਪਗ ਧਰ ਲੀਜੈ ਰਹਾਉ। ਆਪਣੇ ਨਿਜ ਸਰੂਪ ਭਾਵ ਆਤਮਾ ਪਰਮਾਤਮਾ ਰੂਪ ਅਤੇ ਪਰਮਾਤਮਾ ਆਤਮਾ ਰੂਪ ਹੈ, ਅਜਿਹੀ ਸਰੂਪ ਦੀ ਜੋ ਵਿਚਾਰ ਕਰਕੇ ਇਸਤਤ ਹੋਣ ਰੂਪ ਸਵਾਰੀ ਕਰਨੀ ਕਰੋ। ਅਤੇ ਜਿਹੜੀ ਹਿਰਦੇ ਤੇ ਬਾਣੀ ਵਿੱਚ ਚਿੱਤ ਤੇ ਮਨ ਦੇ ਅੰਦਰ ਸ਼ਾਂਤੀ ਧਾਰਨ ਕਰਨੀ ਹੈ, ਇਹ ਦੋ ਪਾਵੜੈ ਪੈੜੇ ਰਕਾਬਾਂ ਹਨ। ਇਹਨਾਂ ਵਿੱਚ ਸਮਦਮ ਸਾਧਨ ਰੂਪ ਪਗ ਪੈਰ ਧਰ ਰੱਖ ਲੈਣਾ ਕਰੀਏ ਰਹਾਓ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਚੱਲ ਰੇ ਬੈਕੁੰਠ ਤੁਝੈ ਲੈ ਤਾਰੋ, ਹਿਚੈ ਤਾਂ ਪ੍ਰੇਮ ਕੈ ਚਾਬਕ ਮਾਰੋ। ਅਤੇ ਇਸ ਮਨ ਰੂਪੀ ਘੋੜੇ 'ਤੇ ਸਵਾਰ ਹੋ ਕਰਕੇ ਇਉਂ ਕਹੀਏ ਕਿ ਹੇ ਮਨਾ, ਚੱਲਣਾ ਕਰ, ਤੈਨੂੰ ਬੈਕੁੰਠ ਸਾਧ ਸੰਗਤ ਵਿੱਚ ਲੈ ਜਾਈਏ। ਉੱਥੇ ਪਰਮੇਸ਼ਰ ਦਾ ਕੀਰਤਨ ਭਜਨ ਸੁਣਾ ਕੇ ਤੈਨੂੰ ਤਾਰਨਾ ਕਰੀਏ, ਮੁਕਤ ਕਰ ਦਈਏ। ਬੈਕੁੰਠ ਜਿੱਥੇ ਬੈ ਦਵੈਤ ਕੁੰਠ ਰੁਕ ਜਾਵੇ, ਐਸਾ ਜੋ ਆਨੰਦ ਹੈ ਉਸ ਬੈਕੁੰਠ ਵਿੱਚ ਲੈ ਚੱਲੀਏ। ਤੈਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰੀਏ। ਜੇਕਰ ਹਿਚ ਹੈ ਰੁਕਾਵਟ ਪਾਵੇਂਗਾ, ਅੜੀ ਕਰੇਗਾ, ਤਾਂ ਤੈਨੂੰ ਪਰਮੇਸ਼ਰ ਦੇ ਪ੍ਰੇਮ ਪਿਆਰ ਦੇ ਚਾਬਕ ਕੋਰੜੇ ਮਾਰ ਮਾਰ ਕੇ ਪਰਮਾਰਥ ਵੱਲ ਸਿੱਧਾ ਕਰ ਲਵਾਂਗੇ। ਕਹਿਤ ਕਬੀਰ ਭਲੇ ਅਸਵਾਰਾ, ਬੇਦ ਕਤੇਬ ਤੇ ਰਹਿ ਨਿਰਾਰਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਮਨ ਰੂਪੀ ਘੋੜੇ 'ਤੇ ਸਵਾਰ ਹੋਣ ਵਾਲੇ ਉਹ ਪੁਰਖ ਭਲੇ ਚੰਗੇ ਸ੍ਰੇਸ਼ਟ ਹਨ, ਜਿਹੜੇ ਚਾਰੇ ਵੇਦਾਂ ਅਤੇ ਕਤੇਬ ਚਾਰੇ ਕਤੇਬਾਂ ਤੋਂ ਨਿਰਾਰਾ ਨਿਰਾਲੇ ਰਹਿੰਦੇ ਹਨ। ਗੌੜੀ ਕਬੀਰ ਜੀ। ਕਾਂਚੀ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਤਾਂ ਕਬੀਰ ਜੀ ਉਸ ਦੇ ਸੰਸਕਾਰ 'ਤੇ ਗਏ। ਜਦੋਂ ਸੰਸਕਾਰ ਕਰ ਹਟੇ ਤਾਂ ਭਗਤ ਕਬੀਰ ਜੀ ਨੇ ਇਹ ਵੈਰਾਗਮਈ ਸ਼ਬਦ ਉਚਾਰਨ ਕੀਤਾ, ਜਿਹੇ ਮੁਖ ਪਾਂਚੋ ਅੰਮ੍ਰਿਤ ਖਾਏ, ਤੇਹ ਮੁਖ ਦੇਖਤ ਲੂਕ ਡਲਾਏ। ਜਿਹੜੇ ਮੂੰਹ ਦੁਆਰਾ ਜੀਵ ਪਾਂਚੋ ਅੰਮ੍ਰਿਤ, ਪੰਜ ਅੰਮ੍ਰਿਤ ਰੂਪ ਪਦਾਰਥ ਭਾਵ ਸ਼ਹਿਦ, ਖੰਡ, ਦਹੀਂ, ਦੁੱਧ, ਘਿਓ ਆਦਿਕ ਅਨੇਕਾਂ ਪਦਾਰਥ ਖਾਂਦੇ ਸੀ, ਉਸੇ ਮੂੰਹ ਨੂੰ ਅੱਜ ਲਾਂਬੂ ਚੁਆਤੀ ਲਾਉਂਦੇ ਵੇਖਿਆ ਗਿਆ ਹੈ। ਉਸ ਮੂੰਹ ਨੂੰ ਵੇਖਦਿਆਂ ਵੇਖਦਿਆਂ ਹੀ ਲੂਕਟ ਚੁਆਤੀ ਲਾਏ ਲਾ ਦਿੱਤੀ ਹੈ। ਇੱਕ ਦੁਖ ਰਾਮ ਰਾਏ ਘਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ ਰਹਾਉ। ਹੇ ਮੇਰੇ ਰਮੇ ਹੋਏ ਰਾਮ ਰਾਏ ਪ੍ਰਕਾਸ਼ ਰੂਪ ਪਰਮੇਸ਼ਰ, ਸਾਡਾ ਇੱਕ ਦੁੱਖ ਕਸ਼ਟ ਕੱਟਣਾ ਕਰੋ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਦੇ ਨਾਲ ਪ੍ਰਸ਼ਨ ਹੈ, ਕਿਹੜਾ ਦੁੱਖ ਹੈ? ਉੱਤਰ, ਮੈਨੂੰ ਕਾਲ ਦੀ ਅਗਨ ਦਹਿ ਸਾੜਦੀ ਹੈ ਅਤੇ ਅਰ ਮਾਤਾ ਦੇ ਗਰਭ ਵਿੱਚ ਬਸੇਰਾ ਵਾਸਾ ਹੁੰਦਾ। ਇਸ ਕਰਕੇ ਮੇਰਾ ਇੱਕ ਜੰਮਣ ਮਰਨ ਦਾ ਦੁੱਖ ਕੱਟਣਾ ਕਰੋ।
ਕਾਇਆ ਬਿਗੂਤੀ ਬਹੁ ਬਿਦ ਭਾਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਹੇ ਭਾਈ, ਜਦੋਂ ਇਹ ਕਾਇਆ ਦੇਹ ਛੁੱਟ ਜਾਂਦੀ ਹੈ ਤਾਂ ਅਨੇਕਾਂ ਬਿਧ ਪ੍ਰਕਾਰ ਦੇ ਭਾਂਤੀ ਢੰਗਾਂ ਨਾਲ ਬਿਗੂਤੀ ਖਰਾਬ ਹੁੰਦੀ, ਨਸ਼ਟ ਹੁੰਦੀ ਆ। ਕੋਈ ਤਾਂ ਹਿੰਦੂ ਤਾਂ ਚਿਖਾ ਬਣਾ ਕੇ ਜਾਰੇ ਸਾੜ ਦਿੰਦੇ, ਕੋ ਕਹੀਏ ਕੋਈ ਮੁਸਲਮਾਨ ਮਾਟੀ ਮਿੱਟੀ ਵਿੱਚ ਗੱਡ ਲੈ ਗੜ ਦਿੰਦੇ। ਇੱਕ ਦੱਜੈ ਹੈ ਇੱਕ ਦੱਬੀਐ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਐ ਹੈ, ਇੱਕ ਭੀ ਫਿਰ ਹੱਸਣ ਪਾਹੇ। ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗਤ ਦੁਹ ਨ ਪਾਈ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੇ ਜਮ ਕਿਉਂ ਨ ਪਠਾਵੋ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਪਰਮੇਸ਼ਰ ਆਪਣੇ ਚਰਨ ਕਮਲਾਂ ਦਾ ਸਾਨੂੰ ਧਿਆਨ ਬਖਸ਼ ਕੇ ਇਹਨਾਂ ਵਿੱਚੋਂ ਆਪਣਾ ਦਰਸ਼ਨ ਦਿਖਾਉਣਾ ਕਰੋ। ਸਾਨੂੰ ਆਪਣੇ ਚਰਨਾਂ ਕਮਲਾਂ ਦਾ ਦਰਸ਼ਨ ਦਿਖਾਉਣਾ ਕਰੋ। ਹੇ ਪਰਮੇਸ਼ਰ, ਜੋ ਜਨਮਾਂ ਜਨਮਾਂ ਦਾ ਜਮਰਾਜ ਸਾਡੇ ਪਿੱਛੇ ਪਿਆ ਆ, ਇਸ ਨੂੰ ਪਿੱਛੇ ਹੀ ਕਿਉਂ ਨਹੀਂ ਪਠਾਵੋ ਭੇਜ ਦਿੰਦੇ। ਜਦੋਂ ਤੁਹਾਡੇ ਚਰਨਾਂ ਕਮਲਾਂ ਦਾ ਦਰਸ਼ਨ ਹੋ ਗਿਆ ਤਾਂ ਪਿੱਛੇ ਭਾਵੇਂ ਜਮ ਨੂੰ ਕਿਉਂ ਨਾ ਪਠਾਵੋ ਭੇਜ ਦਿਓ, ਫਿਰ ਕੋਈ ਪਰਵਾਹ ਨਹੀਂ, ਫਿਰ ਜਮ ਨਹੀਂ ਆ ਸਕਦਾ। ਗੌੜੀ ਕਬੀਰ ਜੀ। ਸੋ ਅੱਗੇ ਭਗਤ ਜੀ ਆਪਣਾ 33ਵਾਂ ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ ਦੱਸਦੇ ਹਨ, ਜਿੱਥੇ ਕਾਂਸ਼ੀ ਵਿੱਚ ਭਗਤ ਕਬੀਰ ਜੀ ਦਾ ਘਰ ਸੀ ਨਾ, ਉੱਥੇ ਸਾਹਮਣੇ ਹੀ ਇੱਕ ਵੇਸਵਾ ਦਾ ਘਰ ਸੀ। ਭਗਤ ਕਬੀਰ ਜੀ ਦੇ ਘਰ ਵਿੱਚ ਹਮੇਸ਼ਾ ਸਤ ਸੰਗਤ ਹੁੰਦੀ ਰਹਿੰਦੀ, ਭਜਨ ਕੀਰਤਨ ਚੱਲਦੇ ਰਹਿੰਦੇ, ਜਿਸ ਕਰਕੇ ਵੇਸ਼ਵਾ ਦੇ ਪਾਸ ਜਿਹੜੇ ਵੀ ਵਿਸ਼ਈ ਪੁਰਖ ਆਉਂਦੇ ਸੀ ਉਹਨਾਂ ਨੂੰ ਹਰੀ ਦਾ ਜਸ ਚੰਗਾ ਨਹੀਂ ਲੱਗਦਾ ਸੀ ਤੇ ਵੇਸ਼ਵਾ ਦੀ ਗਾਹਕੀ ਹਟ ਗਈ। ਉਹ ਇਹ ਕੁਝ ਦੇਖ ਕੇ ਬਹੁਤ ਔਖੀ ਹੋਈ। ਵੇਸ਼ਵਾ ਨੇ ਖੋਟੀ ਸੋਚ ਕਰਕੇ ਆਪਣੇ ਇੱਕ ਸੱਜਣ ਨੂੰ ਕਿਹਾ ਕਿ ਮੇਰਾ ਤਾਂ ਪੇਸ਼ਾ ਨਹੀਂ ਚੱਲਦਾ ਤੇ ਤੂੰ ਤਾਂ ਜਾ ਕੇ ਕਬੀਰ ਦੇ ਘਰ ਨੂੰ ਅੱਗ ਲਗਾ ਦੇ। ਉਸਨੇ ਚੋਰੀ ਛਿਪੇ ਭਗਤ ਜੀ ਦੇ ਘਰ ਨੂੰ ਅੱਗ ਲਾ ਦਿੱਤੀ। ਤਾਂ ਭਗਤ ਜੀ ਉਸ ਵੇਲੇ ਆਪਣੇ ਆਨੰਦ ਵਿੱਚ ਬੈਠੇ ਸਨ, ਜਿੱਥੇ ਕੋਈ ਉਹਨਾਂ ਨੂੰ ਫੁਰਨਾ ਤੱਕ ਵੀ ਨਹੀਂ ਫੁਰ ਰਿਹਾ ਸੀ। ਅੱਗ ਵੱਧਦੀ ਗਈ। ਸੇਵਕਾਂ ਨੇ ਆਵਾਜ਼ ਦੇ ਕੇ ਕਿਹਾ, ਕਬੀਰ ਜੀ, ਵੇਸ਼ਵਾ ਨੇ ਘਰ ਨੂੰ ਅੱਗ ਲਗਵਾ ਦਿੱਤੀ ਹੈ, ਆਪ ਆਪਣਾ ਬਚਾਅ ਕਰੋ। ਭਗਤ ਜੀ ਨੇ ਆਨੰਦ ਵਿੱਚ ਮਗਨ ਹੋਇਆ ਇਹ ਪਾਵਨ ਸ਼ਬਦ ਉਚਾਰਨ ਕੀਤਾ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਹੇ ਭਾਈ, ਪਾਵਕ ਅਗਨ ਰੂਪ ਵੀ ਉਹ ਆਪ ਪਰਮੇਸ਼ਰ ਹੈ, ਆਪ ਹੀ ਹੈ ਤੇ ਪਵਨਾ ਹਵਾ ਰੂਪ ਵੀ ਆਪ ਹੀ ਹੈ। ਪ੍ਰਸ਼ਨ ਹੈ ਕਬੀਰ ਜੀ, ਸਭ ਕੁਝ ਸੜਦਾ ਜਾ ਰਿਹਾ ਤਾਂ ਕਹਿੰਦੇ ਹਨ, ਹੇ ਭਾਈ, ਜੇਕਰ ਮਾਲਕ ਪ੍ਰਮਾਤਮਾ ਹੀ ਸਾੜਨਾ ਚਾਹੁੰਦਾ ਹੈ ਤਾਂ ਫਿਰ ਬਚਾ ਕੇ ਕੌਣ ਰੱਖ ਸਕਦਾ। ਸੇਵਕ ਕਹਿਣ ਲੱਗੇ, ਮਹਾਰਾਜ ਤੁਸੀਂ ਹੀ ਉੱਠ ਖੜੋ ਅਤੇ ਆਪਣੇ ਸਰੀਰ ਦਾ ਬਚਾਅ ਕਰ ਲਵੋ, ਨਹੀਂ ਤਾਂ ਤੁਹਾਡੇ ਤਾਂ ਸਰੀਰ ਨੂੰ ਵੀ ਅੱਗ ਲੱਗ ਜਾਵੇਗੀ। ਸੁਣ ਕੇ ਕਬੀਰ ਜੀ ਕਹਿਣ ਲੱਗੇ ਹਨ, ਰਾਮ ਰਮਤ ਰਾਮ ਜਪਤ ਤਨ ਜਰ ਕੀ ਨ ਜਾਏ, ਰਾਮ ਨਾਮ ਚਿਤ ਰਹਿਆ ਸਮਾਏ ਰਹਾਉ। ਹੇ ਭਾਈ, ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਭਾਵੇਂ ਤਨ ਸਰੀਰ ਵੀ ਕਿਉਂ ਨਾ ਜਰ ਜਾਵੇ, ਸੜ ਜਾਵੇ, ਮੈਨੂੰ ਕੋਈ ਸੰਸਾ ਨਹੀਂ। ਸਾਡਾ ਤਾਂ ਹਿਰਦਾ ਰਾਮ ਪਰਮੇਸ਼ਰ ਦੇ ਨਾਮ ਵਿੱਚ ਸਮਾ ਰਿਹਾ ਹੈ, ਮਿਲ ਰਿਹਾ ਹੈ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅੱਗੇ ਫਿਰ ਪ੍ਰਸ਼ਨ ਕਰਦੇ, ਜਿਗਿਆਸੂ ਜਨ ਕਬੀਰ ਜੀ, ਘਰ ਦਾ ਤਾਂ ਕੁਝ ਬਚਾਅ ਕਰ ਲਓ। ਉੱਤਰ ਦਿੰਦੇ ਹਨ, ਕਾ ਕੋ ਜਰੈ ਕਾਹੇ ਹੋਏ ਹਾਨ, ਨਟ ਵਟ ਖੇਲੈ ਸਾਰਗ ਪਾਨ। ਹੇ ਭਾਈ, ਕਿਸ ਦਾ ਕੁਝ ਸੜ ਰਿਹਾ ਹੈ, ਕਿਸੇ ਦੀ ਕੋਈ ਹਾਨੀ ਹੋ ਰਹੀ ਆ। ਸੋ ਇਸ ਪ੍ਰਕਾਰ ਜਦੋਂ ਕਬੀਰ ਜੀ ਨਾ ਉੱਠੇ ਤਾਂ ਪਰਮੇਸ਼ਰ ਨੇ ਪ੍ਰਤਾਵਾ ਲੈ ਕੇ ਪੌਣ ਦੇਵਤੇ ਨੂੰ ਹੁਕਮ ਦਿੱਤਾ, ਜਿਸ ਨੇ ਉਹ ਅੱਗ ਕਬੀਰ ਜੀ ਦੇ ਛੱਪਰ ਵੱਲੋਂ ਉਡਾ ਕੇ ਵੇਸਵਾ ਦੇ ਘਰ ਨੂੰ ਲਗਾ ਦਿੱਤੀ। ਉਹ ਅੱਗ ਦਾ ਚਮਕਾਰਾ ਵਿਖਾ ਕੇ ਕਬੀਰ ਜੀ ਦਾ ਬਿਨਾਂ ਕੋਈ ਸਾੜੇ ਹੋਏ ਉਹ ਅੱਗ ਜਾ ਕੇ ਵੇਸਵਾ ਦੇ ਘਰ ਨੂੰ ਲੱਗ ਗਈ। ਐਸਾ ਕੌਤਕ ਵੇਖ ਕੇ ਵੇਸ਼ਵਾ ਡਰ ਗਈ ਤੇ ਭੱਜੀ ਹੋਈ ਕਬੀਰ ਜੀ ਦੇ ਪਾਸ ਆਈ ਅਤੇ ਆ ਕੇ ਕਹਿਣ ਲੱਗੀ ਕਿ ਮਹਾਰਾਜ, ਮੈਨੂੰ ਬਚਾ ਲਓ, ਮੇਰੇ ਪਾਸ ਤਾਂ ਇੱਕ ਘਰ ਹੀ ਹੈ, ਇਹ ਵੀ ਸੜ ਗਿਆ
ਤਾਂ ਮੈਂ ਭੁੱਖੀ ਮਰ ਜਾਵਾਂਗੀ। ਤਾਂ ਇਹਨਾਂ ਪੰਕਤੀਆਂ ਦੁਆਰਾ ਭਗਤ ਜੀ ਵੇਸ਼ਵਾ ਨੂੰ ਕਹਿੰਦੇ ਹਨ ਕਿ ਹੇ ਵੇਸ਼ਵਾ, ਕਿਸ ਦਾ ਕੁਝ ਸੜ ਰਿਹਾ ਹੈ, ਕਿਸੇ ਦੀ ਕੋਈ ਹਾਨੀ ਹੋਈ ਹੈ। ਇਹ ਸਭ ਤਾਂ ਸਾਰੰਗ ਪਾਨ ਸਾਰੰਗ ਨਾਮੇ ਧਨੁੱਖ ਨੂੰ ਹੱਥਾਂ ਵਿੱਚ ਪਕੜਨ ਵਾਲਾ ਪਰਮੇਸ਼ਰ ਨਟ ਵੱਟ ਕਹੀਏ ਬਾਜੀਗਰ ਵਾਂਗ ਖੇਡ ਰਿਹਾ ਹੈ। ਭਾਵ ਕਦੇ ਮੇਰੇ ਘਰ ਨੂੰ ਅੱਗ ਲਗਾਤੀ, ਕਦੇ ਤੇਰੇ ਘਰ ਨੂੰ ਲਗਾ ਦਿੱਤੀ। ਇਹ ਤਾਂ ਨਟ ਦੇ ਵੱਟੇ ਵਾਂਗੂ ਪਰਮੇਸ਼ਰ ਖੇਲ ਰਿਹਾ ਹੈ। ਵੇਸ਼ਵਾ ਕਹਿਣ ਲੱਗੀ ਕਿ ਮਹਾਰਾਜ, ਤੁਸੀਂ ਦਿਆਲੂ ਹੋ, ਕਿਰਪਾ ਕਰੋ, ਮੈਨੂੰ ਮਰਦੀ ਹੋਈ ਨੂੰ ਬਚਾ ਲਵੋ। ਇਸ ਪ੍ਰਕਾਰ ਇਹ ਮਿੰਨਤਾਂ ਤਰਲੇ ਕਰਨ ਲੱਗ ਪਈ। ਤਾਂ ਭਗਤ ਜੀ ਨੇ ਕਿਹਾ ਕਿ ਬੀਬੀ, ਤੇਰਾ ਤੇ ਮੇਰਾ ਝਗੜਾ ਹੀ ਕੋਈ ਨਹੀਂ ਹੈ, ਇਹ ਤਾਂ ਆਪਣੇ ਮਿੱਤਰਾਂ ਦਾ ਝਗੜਾ ਹੈ। ਤੇਰੇ ਮਿੱਤਰਾਂ ਨੇ ਮੇਰੇ ਘਰ ਨੂੰ ਅੱਗ ਲਗਾ ਦਿੱਤੀ ਹੈ ਤੇ ਮੇਰੇ ਮਿੱਤਰ ਨੇ ਮੇਰੇ ਘਰ ਤੋਂ ਬੁਝਾ ਕੇ ਤੇਰੇ ਘਰ ਨੂੰ ਅੱਗ ਲਗਾ ਦਿੱਤੀ ਹੈ। ਮੇਰਾ ਮਿੱਤਰ ਸਮਰੱਥ ਸਰਬ ਸ਼ਕਤੀਮਾਨ ਹੈ, ਮੇਰੀ ਤਰ੍ਹਾਂ ਤੂੰ ਵੀ ਉਸ ਦੀ ਸ਼ਰਨ ਵਿੱਚ ਆ ਅਤੇ ਵੇਸਵਾ ਵਾਲਾ ਪੇਸ਼ਾ ਛੱਡ ਦੇ। ਤਾਂ ਉਸਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ, ਅੱਜ ਤੋਂ ਹੀ ਛੱਡਿਆ। ਤਾਂ ਭਗਤ ਜੀ ਨੇ ਕਿਹਾ ਕਿ ਜਾ, ਤੂੰ ਨਹੀਂ ਸੜੇਗੀ ਤੇ ਘਰ ਵੀ ਬਚ ਜਾਵੇਗਾ, ਪਰ ਤੂੰ ਇਹਨਾਂ ਬਚਨਾਂ ਨੂੰ ਕਮਾਉਣਾ ਕਰ। ਕਹੋ ਕਬੀਰ, ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇਹਨਾਂ ਦੋ ਅੱਖਰਾਂ ਨੂੰ ਰਾਮ ਅਤੇ ਹਰੀ ਭਾਖ ਉਚਾਰਨ ਕਰ। ਹੇ ਵੇਸ਼ਵਾ, ਜੇਕਰ ਤੇਰਾ ਖਸਮ ਮਾਲਕ ਪਰਮੇਸ਼ਰ ਤੇ ਨਿਸ਼ਚਾ ਹੋਵੇਗਾ ਤਾਂ ਉਹ ਜ਼ਰੂਰ ਹੀ ਤੈਨੂੰ ਰੱਖ ਲਵੇਗਾ। ਤਦੋਂ ਇੱਕਦਮ ਬਾਰਿਸ਼ ਹੋਈ ਤੇ ਅੱਗ ਬੁਝ ਗਈ। ਇਸ ਪ੍ਰਕਾਰ ਵੇਸਵਾ ਦੀ ਰੱਖਿਆ ਹੋਈ। ਗੌੜੀ ਕਬੀਰ ਜੀ ਦੁਪਦੇ ਦੇ ਹੇਠਾਂ 2 ਅੰਕ ਤੋਂ ਭਾਵ ਹੈ ਕਿ ਹੁਣ ਭਗਤ ਜੀ ਦੇ 2 ਪਦਿਆਂ ਵਾਲੇ 2 ਸ਼ਬਦ ਆਉਣਗੇ। ਇਸ ਪਾਵਨ ਸ਼ਬਦ ਵਿੱਚ ਕਬੀਰ ਸਾਹਿਬ ਜੀ ਪਰਮੇਸ਼ਰ ਦੇ ਅੱਗੇ ਬੇਨਤੀ ਪੂਰਵਕ ਬਚਨ ਕਹਿੰਦੇ ਹਨ। ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ। ਹੇ ਪਰਮੇਸ਼ਰ, ਪਤੰਜਲੀਆਂ ਦਾ ਮਤ ਹੈ ਕਿ ਜੋਗਾਸ ਚਿਤ ਬਿਰਤੀ ਨਿਰੋਧਾ। ਅਰ ਮੈਂ ਨਾ ਤਾਂ ਜੋਗ ਧਾਰਨ ਕਰਨ ਵਾਲਾ ਬਣਿਆ ਹਾਂ ਤੇ ਨਾ ਹੀ ਮੈਂ ਤੁਹਾਡੇ ਸਰੂਪ ਦੇ ਧਿਆਨ ਖਿਆਲ ਵਿੱਚ ਚਿੱਤ ਮਨ ਨੂੰ ਲਾਉਣਾ ਕੀਤਾ। ਅਤੇ ਵਿਦਾਂਤੀਆਂ ਦਾ ਮਤ ਹੈ ਕਿ ਬੈਰਾਗ ਮੋਹ ਦੇ ਤਿਆਗਣ ਤੋਂ ਉਪਰਾਮਤਾ ਧਾਰੇ ਤੋਂ ਬਗੈਰ ਮਾਇਆ ਤੋਂ ਛੁੱਟ ਨਹੀਂ ਸਕੀਦਾ। ਮੈਂ ਤਾਂ ਕੁਝ ਵੀ ਨਹੀਂ ਧਾਰਨਾ ਕੀਤਾ, ਤਾਂ ਤੁਹਾਡੇ ਨਾਮ ਨੂੰ ਹੀ ਜੋਗ ਵਿਰਾਗ ਆਦਿ ਸਮਝਿਆ ਹੈ। ਕੈਸੇ ਜੀਵਨ ਹੋਏ ਹਮਾਰਾ, ਜਬ ਨ ਹੋਏ ਰਾਮ ਨਾਮ ਆਧਾਰਾ ਰਹਾਉ। ਫਿਰ ਹੇ ਮਹਾਰਾਜ, ਸਾਡਾ ਜੀਵਨ ਜਿਉਣਾ ਕਿਸ ਪ੍ਰਕਾਰ ਹੋਵੇਗਾ ਜਿੰਨਾ ਚਿਰ ਤੱਕ ਰਾਮ ਪਰਮੇਸ਼ਰ ਜੀ ਆਪ ਜੀ ਦੇ ਨਾਮ ਦਾ ਅੰਦਰ ਆਧਾਰਾ ਆਸਰਾ ਨਾ ਹੋਵੇ, ਉਤਨਾ ਚਿਰ ਅਸੀਂ ਜ਼ਿੰਦਗੀ 'ਚ ਮਰਨਾ ਹੀ ਸਮਝਦੇ ਹਾਂ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਹੋ ਕਬੀਰ, ਖੋਜੋ ਅਸਮਾਨ, ਰਾਮ ਸਮਾਨ ਨ ਦੇਖੋ ਆਨ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਆਕਾਸ਼ ਤੱਕ ਭਾਵ ਸਵਰਗ ਲੋਕ, ਬ੍ਰਹਮ ਲੋਕ ਆਦਿ ਤੱਕ ਖੋਜ ਕੇ ਵੇਖਿਆ ਹੈ, ਪਰੰਤੂ ਪਰਮੇਸ਼ਰ ਦੇ ਨਾਮ ਸਮਾਨ ਬਰਾਬਰ ਵਿਰਾਗ ਜੋਗ ਸਾਧਨ ਆਨ ਹੋਰ ਕਿਸੇ ਨੂੰ ਵੀ ਵੇਖਣਾ ਨਹੀਂ ਵੇਖਿਆ। ਭਾਵ ਵੇਖਿਆ ਹੈ ਕਿ ਸਭ ਆਨ ਦਵੈਤ ਵਿੱਚ ਹੀ ਲੱਗੇ ਆ। ਪਰਮੇਸ਼ਰ ਦੇ ਨਾਮ ਤੁਲ ਹੋਰ ਕੋਈ ਚੀਜ਼ ਨਹੀਂ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਗੌੜੀ ਕਬੀਰ ਜੀ। ਭਗਤ ਕਬੀਰ ਜੀ ਇੱਕ ਦਿਨ ਸੰਗਤ ਦੇ ਨਾਲ ਮਿਲ ਕਰਕੇ ਭਜਨ ਕੀਰਤਨ ਹਰੀ ਜਸ ਕਰਦੇ ਹੋਏ ਤੁਰੇ ਜਾ ਰਹੇ ਸੀ। ਰਸਤੇ ਵਿੱਚ ਇੱਕ ਬੜੇ ਹੰਕਾਰ ਵਾਲਾ ਪੁਰਸ਼ ਮੰਜੇ ਪਰ ਬੈਠਾ ਪੋਚ ਕੇ ਪੱਗ ਦੇ ਲੜ ਸਵਾਰ ਰਿਹਾ ਸੀ। ਸੰਗਤਾਂ ਕੀਰਤਨ ਕਰਦੀਆਂ ਹੋਈਆਂ ਉਸ ਦੇ ਲਾਗੋਂ ਦੀ ਲੰਘ ਗਈਆਂ, ਪਰੰਤੂ ਉਹ ਪਰਮੇਸ਼ਰ ਦੇ ਜਸ ਦਾ ਸੰਗਤ ਦਾ ਸਤਿਕਾਰ ਕਰਨ ਲਈ ਮੰਜੇ ਤੋਂ ਉੱਠਿਆ ਨਾ। ਸੋ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਲੋਕਾਂ ਨੇ ਉਸ ਦਾ ਸੰਸਕਾਰ ਹੀ ਨਾ ਕੀਤਾ, ਕਿਉਂਕਿ ਇਹ ਦੁਰਾਚਾਰੀ ਪੁਰਸ਼ ਲੋਕਾਂ ਵੱਲੋਂ ਧਰਕਾਰਿਆ ਹੋਇਆ ਸੀ ਤੇ ਲੋਕ ਚੁੱਕ ਕਰਕੇ ਬਾਹਰ ਜੰਗਲ ਵਿੱਚ ਸੁੱਟ ਆਏ, ਜਿੱਥੇ ਜਾਨਵਰਾਂ ਨੇ ਉਸ ਦੇ ਸਰੀਰ ਨੂੰ ਖਾ ਲਿਆ। ਸਾਰਾ ਪਿੰਜਰ ਖਿਲਰਿਆ ਪਿਆ ਸੀ
ਤੇ ਸਿਰ ਦੀ ਖੋਪੜੀ ਵਿੱਚ ਵਿਸ਼ਟਾ ਭਰੀ ਹੋਈ ਸੀ ਅਤੇ ਕਾਂ ਆਪਣੀ ਚੁੰਝ ਸਵਾਰਦਾ ਪਿਆ ਸੀ। ਕਬੀਰ ਜੀ ਉੱਥੋਂ ਦੀ ਲੰਘ ਰਹੇ ਸੀ। ਜਦ ਇਹਨਾਂ ਦੀ ਦ੍ਰਿਸ਼ਟੀ ਉਸ ਖੋਪੜੀ 'ਤੇ ਪਈ ਤਾਂ ਇਹਨਾਂ ਨੇ ਅੰਤਰ ਦ੍ਰਿਸ਼ਟੀ ਕਰਕੇ ਵੇਖਿਆ ਕਿ ਇਹ ਤਾਂ ਉਸੇ ਹੰਕਾਰੀ ਦੀ ਖੋਪੜੀ ਹੈ ਜਿਹੜਾ ਸੰਗਤ ਅਤੇ ਹਰੀ ਜਸ ਦੇ ਸਤਿਕਾਰ ਵਜੋਂ ਉੱਠਿਆ ਨਹੀਂ ਸੀ ਤੇ ਮੱਥਾ ਨਹੀਂ ਟੇਕਿਆ ਸੀ। ਅੱਜ ਇਸ ਦੀ ਇਹ ਹਾਲਤ ਹੋਈ ਪਈ ਹੈ। ਸੋ ਉਦੋਂ ਭਗਤ ਜੀ ਇਹ ਵੈਰਾਗਮਈ ਸ਼ਬਦ ਉਚਾਰਨ ਕਰਦੇ ਹਨ। ਜੇ ਸਿਰ ਰਚ ਰਚ ਬਾਧਤ ਪਾਗ, ਸੋ ਸਿਰ ਚੁੰਚ ਸਵਾਰਹਿ ਕਾਗ। ਹੇ ਭਾਈ, ਜਿਸ ਸਿਰ ਉੱਪਰ ਰਚ ਰਚ ਸਵਾਰ ਕੇ ਪੱਗ ਬੰਨ੍ਹਦਾ ਸੀ, ਉਸ ਸਿਰ ਦੇ ਵਿਸ਼ਟਾ ਭਰੇ ਹੋਏ ਕਰੰਗ ਵਿੱਚ ਅੱਜ ਕਾਂ ਉਸ ਵਿਸ਼ਟਾ ਨੂੰ ਖਾਣ ਲਈ ਆਪਣੀ ਚੁੰਝ ਨੂੰ ਸਵਾਰ ਰਿਹਾ ਹੈ। ਹੇ ਜੀਵ, ਤੂੰ ਜਿਸ ਸਿਰ ਉੱਪਰ ਬੜੀਆਂ ਪੋਚ ਕੇ ਪੱਗਾਂ ਬੰਨ੍ਹਦਾ ਹੈ, ਉਸ ਸਿਰ ਨੂੰ ਕਾਲ ਰੂਪੀ ਕਾਂ ਆਪਣੀ ਇੱਛਾ ਰੂਪੀ ਚੁੰਝ ਦੇ ਤਾਈਂ ਮ੍ਰਿਤੂ ਕਰਨ ਰੂਪ ਸਵਾਰੇਗਾ, ਭਾਵ ਤੇਰਾ ਨਾਸ਼ ਕਰੇਗਾ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ ਰਹਾਉ। ਹੇ ਭਾਈ, ਫਿਰ ਇਸ ਤਨ ਸਰੀਰ ਅਤੇ ਧਨ ਵਿਭੂਤੀ ਦਾ ਕੀ ਗਰਬਈਆ ਹੰਕਾਰ ਕਰਦਾ ਹੈ? ਰਾਮ ਪਰਮੇਸ਼ਰ ਦੇ ਨਾਮ ਨੂੰ ਕਿਉਂ ਨਹੀਂ ਦ੍ਰਿੜ ਕਰਦਾ? ਦ੍ਰਿੜੀਆ ਪਾਠ ਨਹੀਂ ਕਰਨਾ, ਸੋ ਦ੍ਰਿੜਈਆ ਨਹੀਂ ਕਰਨਾ, ਦ੍ਰਿੜੀਆ ਕਰਨਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਹਿਤ ਕਬੀਰ ਸੁਨਹੁ ਮਨ ਮੇਰੇ, ਇਹੀ ਹਵਾਲ ਹੋਹੇਗੇ ਤੇਰੇ। ਭਗਤ ਕਬੀਰ ਸਾਹਿਬ ਜੀ ਆਪਣੇ ਮਨ ਨੂੰ ਕਹਿੰਦੇ ਹਨ ਕਿ ਹੇ ਮੇਰੇ ਸਾਡੇ ਪਿਆਰੇ ਮਨਾ, ਸੁਣਨਾ ਕਰ, ਜੇਕਰ ਨਾਮ ਨਹੀਂ ਨਾ ਜਪੇਗਾ ਤਾਂ ਅੰਤ ਨੂੰ ਤੇਰੇ ਸਿਰ ਦੇ ਵੀ ਇਹੋ ਹੀ ਉਪਰੋਕਤ ਹਵਾਲ ਹਾਲ ਹੋਣਗੇ। ਜੈਸਾ ਕਿ ਭਗਤ ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਫਰਮਾਉਂਦੇ ਨਾ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਕੁੰਨੇ ਹੇਠ ਜਲਾਈਐ, ਬਾਲਣ ਸੰਦੈ ਥਾਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।